The next topic is origin of magnetization. Origin of magnetization means किस तरीके ਨਾਲ ਜਿਹੜਾ ਮਤਲਬ ਕਿ ਐਟਮ ਹੈਗਾ ਉਹ ਮੈਗਨੇਟਾਈਜ਼ ਹੁੰਦਾ ਹੈ ਅਤੇ ਉਹ ਕਿੰਨੇ ਟਾਈਪ ਦਾ ਜਿਹੜਾ ਮਤਲਬ ਕਿ ਮੈਗਨੇਟਿਜ਼ਮ ਹੈਗੀ ਉਹ ਹੋ ਸਕਦੀ ਹੈ ਕਿਸੇ ਵੀ ਐਟਮ ਦੇ ਵਿੱਚ। ਸੋ ਦਿਸ ਇਜ਼ ਦਾ origin of magnetism. origin of magnetism means ਇਹਦੇ 'ਚ ਕੀ ਹੈਗਾ, ਕੋਈ ਵੀ ਐਟਮ ਜਿਹੜਾ ਹੈਗਾ ਹੈ that lie in the motion of its negatively charged electron, ਕਿਉਂਕਿ ਜਿਹੜਾ ਐਟਮ ਹੈਗਾ ਉਹਦੇ 'ਚ ਨਿਊਕਲੀਅਸ ਵੀ ਮੂਵ ਕਰਦਾ ਹੈ ਅਤੇ ਇਲੈਕਟ੍ਰੋਨ ਵੀ ਮੂਵ ਕਰਦਾ ਹੈ ਅਤੇ ਇਲੈਕਟ੍ਰੋਨ ਦੇ ਮੂਵ ਹੋਣ ਦੇ ਕਰਕੇ ਸਾਡੇ ਕੋਲ ਦੋ ਟਾਈਪ ਦੇ ਮੂਵਮੈਂਟਸ ਹੁੰਦੇ ਹੈ। ਦੋ ਟਾਈਪ ਦੇ ਮੂਵਮੈਂਟਸ ਜਿਹੜੇ ਹੈਗੇ ਐਗਜ਼ਿਸਟ ਕਰਦੇ ਆ। ਫਸਟ ਵਨ ਇਜ਼ ਦਾ ਔਰਬਿਟਲ ਮੈਗਨੈਟਿਕ ਮੂਵਮੈਂਟ ਐਂਡ ਸੈਕਿੰਡ ਵਨ ਇਜ਼ ਦਾ ਸਪਿਨ ਮੈਗਨੈਟਿਕ ਮੂਵਮੈਂਟ। ਔਰਬਿਟਲ ਮੈਗਨੈਟਿਕ ਮੂਵਮੈਂਟ ਐਂਡ ਸਪਿਨ ਮੈਗਨੈਟਿਕ ਮੂਵਮੈਂਟ ਜਿਹੜੇ ਹੈਗੇ ਆ, ਆਪਾਂ ਔਰਬਿਟਲ ਮੈਗਨੈਟਿਕ ਮੂਵਮੈਂਟ ਨੂੰ ਮਿਊ ਐਲ ਦੇ ਨਾਲ ਡਿਨੋਟ ਕਰਦੇ ਆ ਅਤੇ ਜਿਹੜਾ ਸਪਿਨ ਮੈਗਨੈਟਿਕ ਮੂਵਮੈਂਟ ਆ ਅਸੀਂ ਮਿਊ ਐਸ ਦੇ ਨਾਲ ਡਿਨੋਟ ਕਰਦੇ ਆ। ਜਿਹੜਾ ਔਰਬਿਟਲ ਮੈਗਨੈਟਿਕ ਮੂਵਮੈਂਟ ਹੈ, ਦਿਸ ਇਜ਼ ਜਸਟ ਬਿਕੋਜ਼ ਆਫ ਦੀ ਔਰਬਿਟਲ ਮੋਸ਼ਨ ਆਫ ਦੀ ਇਲੈਕਟ੍ਰੋਨ। ਸੋ ਜਿਵੇਂ ਮੈਂ ਸਪੋਜ਼ ਕਰੋ ਕਿ ਮੇਰੇ ਕੋਲ ਕੋਈ ਇੱਕ ਇਲੈਕਟ੍ਰੋਨ ਗਾ, ਇੱਕ ਇਲੈਕਟ੍ਰੋਨ ਜਿਹੜਾ ਹੈਗਾ ਇਸ ਔਰਬਿਟਲ ਦੇ ਵਿੱਚ ਮੂਵ ਕਰ ਰਿਹਾ ਹੈ, ਜਿਵੇਂ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ, ਚਾਹੇ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰੇ ਚਾਹੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰੇ, ਅਤੇ ਜਿਹੜਾ ਇਹ ਮੋਸ਼ਨ ਹੋਏਗਾ ਜਿਸ ਵੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਹੈ, ਦਿਸ ਇਜ਼ ਨੋਨ ਐਜ਼ ਦਾ ਔਰਬਿਟਲ ਮੋਸ਼ਨ। ਠੀਕ ਹੈ, ਬਟ ਜਿਹੜਾ ਇਹ ਇਲੈਕਟ੍ਰੋਨ ਗਾ ਜਦੋਂ ਇਸ ਸਰਕਲ ਦੇ ਵਿੱਚ ਮਤਲਬ ਕਿ ਮੂਵ ਕਰਦਾ ਹੈ, ਪੂਰੇ ਔਰਬਿਟਲ ਨੂੰ ਇਹ ਕੰਪਲੀਟ ਕਰਦਾ ਹੈ ਅਤੇ ਐਵੇਂ ਨਹੀਂ ਆ ਜਾਂਦਾ, ਐਵੇਂ ਹੀ ਮਤਲਬ ਕਿ ਰੋਟੇਟ ਨਹੀਂ ਕਰਦਾ, ਬਟ ਜਿਹੜਾ ਉਹ ਇਲੈਕਟ੍ਰੋਨ ਗਾ ਆਪਣੀ ਪੋਜੀਸ਼ਨ ਦੇ ਉੱਤੇ, ਜਿਵੇਂ ਇੱਕ ਆਪਾਂ ਲੱਟੂ ਨੂੰ ਘੁਮਾਉਂਦੇ ਹਾਂ ਨਾ, ਐਵੇਂ ਕਰਕੇ ਉਹ ਇੱਕ ਪੂਰਾ ਸਰਕਲ ਕੰਪਲੀਟ ਕਰਦਾ ਹੈ। ਕੋਈ ਵੀ ਲੱਟੂ ਜਿਹੜਾ ਹੈਗਾ ਸਰਕਲ ਆਪਣੀ ਰੋਟੇਸ਼ਨ ਸਪਿਨ ਜਿਹਨੂੰ ਅਸੀਂ ਬੋਲਦੇ ਹਾਂ ਕਿ ਉਹ ਆਪਣੀ ਓਨ ਐਕਸਿਸ 'ਤੇ ਸਪਿਨ ਕਰੇਗਾ, ਤਾਂ ਸਪਿਨ ਕਰਦੇ ਕਰਦੇ ਉਹ ਪੂਰੇ ਔਰਬਿਟਲ ਦੇ ਵਿੱਚ ਮੂਵ ਕਰੇਗਾ। ਜਿਵੇਂ ਮੈਂ ਕੋਈ ਵੀ ਇਲੈਕਟ੍ਰੋਨ ਅਗਰ ਮੈਂ ਦੇਖਾਂ ਤਾਂ ਉਹ ਐਵੇਂ ਮਤਲਬ ਕਿ ਪੂਰੇ ਸਰਕਲ ਦੇ ਵਿੱਚ ਐਵੇਂ ਰੋਟੇਸ਼ਨ ਕਰਦਾ ਮੂਵ ਕਰੇਗਾ ਆਪਣੀ ਓਨ ਐਕਸਿਸ ਦੇ ਵਿੱਚ। ਜਦੋਂ ਰੋਟੇਸ਼ਨ ਕਰੇਗਾ ਇਨ ਦਾ ਔਰਬਿਟਲ, ਜਿਹੜਾ ਕਿ ਓਨ ਐਕਸਿਸ ਦੇ ਉੱਤੇ ਰੋਟੇਸ਼ਨ ਕਰੇਗਾ, ਦੈਟ ਇਜ਼ ਨੋਨ ਐਜ਼ ਦਾ ਸਪਿਨ ਮੋਸ਼ਨ। ਔਰ ਜਦੋਂ ਉਹ ਪੂਰੇ ਔਰਬਿਟਲ ਦੇ ਵਿੱਚ ਸਪਿਨ ਮੋਸ਼ਨ ਦੇ ਨਾਲ ਪੂਰੇ ਔਰਬਿਟਲ ਨੂੰ ਪੂਰੇ ਸਰਕਲ ਨੂੰ ਕੰਪਲੀਟ ਕਰੇਗਾ, ਦੈਟ ਇਜ਼ ਨੋਨ ਐਜ਼ ਦਾ ਔਰਬਿਟਲ ਮੈਗਨੈਟਿਕ ਮੂਵਮੈਂਟ। ਜਿਹੜੀ ਕਿ ਇਕੱਲੇ ਕਿ ਔਰਬਿਟਲ ਦੇ ਵਿੱਚ ਮੂਵਮੈਂਟ ਹੋਏਗੀ, ਦੈਟ ਇਜ਼ ਨੋਨ ਐਜ਼ ਦਾ ਔਰਬਿਟਲ ਮੈਗਨੈਟਿਕ ਮੂਵਮੈਂਟ। ਜਿਹੜੀ ਕਿ ਉਹਦੀ ਸਪਿਨ ਐਕਸਿਸ ਦੇ ਉੱਤੇ ਜਿਹੜਾ ਇਲੈਕਟ੍ਰੋਨ ਜਿਹੜਾ ਹੈਗਾ ਓਨ ਐਕਸਿਸ ਦੇ ਉੱਤੇ ਮੂਵ ਕਰ ਰਿਹਾ, ਦੈਟ ਇਜ਼ ਨੋਨ ਐਜ਼ ਦਾ spin magnetic movement. Orbital magnetic movement is due to the orbital motion of the electron. Orbital motion of electron, it is due to spin ਮੋਸ਼ਨ ਆਫ ਇਲੈਕਟ੍ਰੋਨ। ਅਤੇ ਆਪਾਂ ਔਰਬਿਟਲ ਮੈਗਨੈਟਿਕ ਮੂਵਮੈਂਟ ਅਤੇ ਸਪਿਨ ਮੈਗਨੈਟਿਕ ਮੂਵਮੈਂਟ ਜਿਹੜੀ ਹੈਗੀ ਆਪਾਂ ਨੇ ਕੈਲਕੂਲੇਟ ਕਰਨੀ ਹੁੰਦੀ ਹੈ, ਅਤੇ ਉਹਦੇ ਲਈ ਇੱਕ ਮੈਥਮੈਟੀਕਲ ਫਾਰਮੂਲਾ ਹੈ, ਦੈਟ ਇਜ਼ ਔਰਬਿਟਲ ਮੈਗਨੈਟਿਕ ਮੂਵਮੈਂਟ ਹੈ। ਔਰਬਿਟਲ ਮੈਗਨੈਟਿਕ ਮੂਵਮੈਂਟ ਜਦੋਂ ਆਪਾਂ ਨੇ ਕੈਲਕੂਲੇਟ ਕਰਨੀ ਹੁੰਦੀ ਤਾਂ ਔਰਬਿਟਲ ਮੈਗਨੈਟਿਕ ਮੂਵਮੈਂਟ ਦੇ ਵਿੱਚ ਕੀ ਹੈਗਾ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਇਲੈਕਟ੍ਰੋਨ ਮੂਵ ਕਰ ਰਿਹਾ ਉਹਦੇ ਪਰਪੈਂਡੀਕੂਲਰ ਜਿਹੜੀ ਹੈ ਮੈਗਨੈਟਿਕ ਫੀਲਡ ਜਿਹੜੀ ਹੈਗੀ ਉਹ ਇੰਡਿਊਸ ਹੁੰਦੀ ਹੈ, ਐਂਡ ਮੈਗਨੈਟਿਕ ਫੀਲਡ ਇਜ਼ ਇਨ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਦਾ orbit containing by the electron, and that magnetic field is generated by the electron is calculated by the electric current and the surface area of the orbit, and that is orbital magnetic moment, which is equal to mu L. It is equal to I is what? It is the electric current. It is the electric current and it is surface area of the orbit, and this electric current is equal to E omega divided by 2 pi c into area of the orbit is equal to pi r square, and E is equal to, it is the electronic charge, and C is equal to velocity of light, and the next is omega is equal to the angular velocity of electron, and R is radius of orbit. This is all about the orbital magnetic moment, and the next one is spin magnetic moment.
So the next is spin magnetic moment. जो spin magnetic moment है, this spin magnetic moment is also produce the magnetic field, and its direction of the magnetic field where the movement of the electron is directed along the spin axis। मतलब कि जिस भी साइड ਨੂੰ जिस भी एक्सिस वाली साइड ਨੂੰ ਜਿਹੜਾ ਇਲੈਕਟ੍ਰੋਨ ਗਾ ਉਹ ਸਪਿਨ ਕਰੇਗਾ ਉਸੇ ਡਾਇਰੈਕਸ਼ਨ ਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਹੈਗੀ ਉਹ ਪ੍ਰੋਡਿਊਸ ਹੋਏਗੀ। ਜਿਵੇਂ ਸਟਰਕਚਰ ਦੇ ਵਿੱਚ ਮੈਂ ਦੱਸਿਆ ਸੀਗਾ, ਹੁਣ ਇਹਦੇ 'ਚ ਅਗਰ ਸਪਿਨ ਦੀ ਆਪਾਂ ਗੱਲ ਕਰਦੇ ਹਾਂ, ਇਸ ਤਰੀਕੇ ਨਾਲ ਇਲੈਕਟ੍ਰੋਨ ਘੁੰਮ ਰਿਹਾ ਤੇ ਜਿਸ ਵੀ ਡਾਇਰੈਕਸ਼ਨ ਦੇ ਵਿੱਚ ਇਲੈਕਟ੍ਰੋਨ ਮੂਵ ਕਰੇਗਾ ਆਪਣੀ ਸਪਿਨ ਦੇ ਉੱਤੇ, ਉਹਦੇ ਹੀ ਸਰਾਊਂਡਿੰਗ ਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਹੈਗੀ ਉਹ ਪ੍ਰੋਡਿਊਸ ਹੋਏਗੀ। ਅਤੇ ਜਿੱਥੇ ਇਲੈਕਟ੍ਰੋਨ ਔਰਬਿਟਲ ਮੋਸ਼ਨ ਦੇ ਵਿੱਚ ਅਗਰ ਇਸ ਸਾਈਡ ਨੂੰ ਘੁੰਮ ਰਿਹਾ ਦੈਨ ਇਟ ਇਜ਼ ਪਰਪੈਂਡੀਕੂਲਰ ਟੂ ਦਾ ਡਾਇਰੈਕਸ਼ਨ ਆਫ ਦਾ ਇਲੈਕਟ੍ਰੋਨ। ਸੋ ਇਹਦੇ 'ਚ ਕੀ ਹੈਗਾ ਕਿ ਜਦੋਂ ਵੀ ਆਪਾਂ ਮਤਲਬ ਨੈਕਸਟ ਜਦੋਂ ਵੀ ਆਪਾਂ ਕੈਲਕੂਲੇਟ ਕਰਾਂਗੇ ਕਿ ਸਾਡੇ ਕੋਲ ਸਿਰਫ ਇੱਕ ਇਲੈਕਟ੍ਰੋਨ ਨਹੀਂ ਹੁੰਦਾ, ਵੀ ਹੈਵ ਦਾ ਨੰਬਰ ਆਫ ਇਲੈਕਟ੍ਰੋਨ। ਸੋ ਅਗਰ ਵੀ ਕਹਿੰਦੇ ਅਸੀਂ ਕੋਈ ਵੀ ਐਕਸਟਰਨਲ ਮੈਗਨੈਟਿਕ ਫੀਲਡ, ਇੱਕ ਤਾਂ ਮੈਗਨੈਟਿਕ ਫੀਲਡ ਇਹਨਾਂ ਦੇ ਨਾਲ ਪ੍ਰੋਡਿਊਸ ਹੋ ਰਹੀ ਹੈ, ਅਗਰ ਆਪਾਂ ਕੋਈ ਵੀ ਐਕਸਟਰਨਲ ਮੈਗਨੈਟਿਕ ਫੀਲਡ ਅਪਲਾਈ ਕਰਦੇ ਹਾਂ ਤੇ ਜਿਹੜੀ ਔਰਬਿਟਲ ਮੈਗਨੈਟਿਕ ਮੂਵਮੈਂਟ ਹੈ ਮਤਲਬ ਮਿਊ ਐਲ ਹੈ, ਤੇ ਜਿਹੜਾ ਮਿਊ ਐਸ ਹੈ ਇਟ ਵਿਲ ਇੰਟਰੈਕਟ ਵਿਦ ਦਾ ਅਪਲਾਈਡ ਮੈਗਨੈਟਿਕ ਫੀਲਡ। ਇੰਟਰੈਕਟ ਵਿਦ ਅਪਲਾਈਡ ਮੈਗਨੈਟਿਕ ਫੀਲਡ, ਇੱਕ ਤਾਂ ਮਤਲਬ ਕਿ ਮੈਗਨੈਟਿਕ ਫੀਲਡ ਜਿਹੜੀ ਹੈਗੀ ਉਹ ਆਪ ਖੁਦ ਪ੍ਰੋਡਿਊਸ ਕਰ ਰਹੇ, ਬਟ ਜਦੋਂ ਆਪਾਂ ਇੱਕ ਐਕਸਟਰਨਲ ਮੈਗਨੈਟਿਕ ਫੀਲਡ ਅਪਲਾਈ ਕਰਾਂਗੇ ਸੋ ਦਿਨ ਜਿਹੜੇ ਵੀ ਦੋਨੋਂ ਫੈਕਟਰ ਨੇ ਔਰਬਿਟਲ ਮੈਗਨੈਟਿਕ ਮੂਵਮੈਂਟ ਐਂਡ ਸਪਿਨ ਮੈਗਨੈਟਿਕ ਮੂਵਮੈਂਟ ਜਿਹੜੇ ਹੈਗੇ ਦੇ ਵਿਲ ਇੰਟਰੈਕਟ, ਉਹ ਅਪਲਾਈਡ ਮੈਗਨੈਟਿਕ ਫੀਲਡ ਦੇ ਨਾਲ ਇੰਟਰੈਕਟ ਕਰਨਗੇ। ਜਿਵੇਂ ਕਿ ਅਗਰ ਅਸੀਂ ਕਿਸੇ ਮੈਗਨੇਟ ਦੇ ਕੋਲ ਕੋਈ ਆਇਰਨ ਦਾ ਪੀਸ ਲੈ ਕੇ ਜਾਂਦੇ ਹਾਂ ਤੇ ਉਹ ਦੋਨੋਂ ਆਪਸ ਦੇ ਵਿੱਚ ਕੀ ਹੈਗੇ ਇੰਟਰੈਕਟ ਕਰਦੇ ਹੈ ਬਾਏ ਰੀਇਨਫੋਰਸਿੰਗ ਦਾ ਅਪਲਾਈਡ ਮੈਗਨੈਟਿਕ ਫੀਲਡ। ਤਾਂ ਉਹਦੇ ਨਾਲ ਕੀ ਹੈਗਾ, ਜਿਵੇਂ ਸਾਡੇ ਕੋਲ ਮਲਟੀ ਇਲੈਕਟ੍ਰੋਨਸ ਹੁੰਦੇ ਨੇ, ਮਲਟੀ ਇਲੈਕਟ੍ਰੋਨ ਦੇ ਵਿੱਚ ਕੀ ਹੈਗਾ ਉਹਦੇ 'ਚ ਇਟ ਇਜ਼ ਗ੍ਰੇਟਰ ਇੰਟਰਸਟ ਟੂਅਰਡਸ ਦੈਟ ਸਪਿਨ ਮੈਗਨੈਟਿਕ ਮੂਵਮੈਂਟ ਜਿਹੜੀ ਹੋਏਗੀ, ਔਰਬਿਟਲ ਮੈਗਨੈਟਿਕ ਮੂਵਮੈਂਟ ਜਿਹੜੀ ਹੋਏਗੀ, ਉਹ ਦੋਨੋਂ ਇੱਕ ਦੂਜੇ ਨਾਲ ਇੰਟਰੈਕਟ ਕਰਨਗੇ। ਸੋ ਜਦੋਂ ਨੰਬਰ ਆਫ ਇਲੈਕਟ੍ਰੋਨਸ ਹੋਣਗੇ ਤੇ ਨੰਬਰ ਆਫ ਇਲੈਕਟ੍ਰੋਨ ਦੇ ਵਿੱਚ ਜਿਹੜੀ ਆਪਾਂ ਸਪਿਨ ਮੈਗਨੈਟਿਕ ਮੂਵਮੈਂਟ ਹੈ ਉਹਨੂੰ ਕੈਪੀਟਲ ਐਸ ਦੇ ਨਾਲ ਡਿਨੋਟ ਕਰਾਂਗੇ। ਇਟ ਇਜ਼ ਨੋਨ ਐਜ਼ ਦਾ resultant spin angular momentum quantum number, and same as for the orbital angular momentum, and orbital angular momentum is noted by the L, it is resultant orbital magnetic moment। ਜਦੋਂ ਵੀ number of electron ਦੀ ਆਪਾਂ magnetic moment calculate ਕਰਾਂਗੇ so it is noted by the capital S, and that is equal to resultant spin angular momentum quantum number, and same as for the orbital angular momentum। but ਜਦੋਂ ਵੀ ਦੋਨੋਂ L और S ਦੋਨੋਂ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਆਣਗੇ, if they couple to each other, L is coupled with the spin means resultant angular momentum quantum number, then it is denoted by the J। if L or S couple to each other, if they couple to each other, then the angular momentum is denoted by the capital J, and capital J is known as the resultant angular momentum quantum number। resultant angular momentum quantum number is by J। so next we will discuss the what kind of behavior occur in the orbital magnetic moment and the spin magnetic moment when we have the number of atom or number of electron in a system, that we will discuss in the next video।